स्टार्टिंग साइज जोड़ा वा इमेज साइज मैक्सिमम होता वा और फाइनल समय में जाके जो इमेज बनती है उसका साइज जोड़ा मिनिमम होता है। इमेज साइज जोड़ा शुरू से मैक्सिमम होता वा लास्ट से जाके मिनिमम हो जाता है। इसका बिल्कुल ऑपोजिट है कन्वेक्शन मिरर इज आल्सो नोन एज वर्किंग मिरर। ਇਹਦੇ ਵਿੱਚ ਕੀ ਹੁੰਦਾ ਜੀ ਜਿਹੜੀ ਵੀ ਸਾਡੀ ਇਮੇਜ ਹੈ ਉਹਦਾ ਸ਼ੁਰੂ ਦੇ ਵਿੱਚ ਸਾਈਜ਼ ਮਿਨੀਮਮ ਹੁੰਦਾ ਵਾ ਪਰ ਜਦੋਂ ਫਾਈਨਲ ਇਮੇਜ ਬਣਦੀ ਆ ਸਾਡਾ ਜਿਹੜੀ ਇਮੇਜ ਹੈ ਉਹਦਾ ਸਾਈਜ਼ ਮੈਕਸਿਮਮ ਹੋ ਜਾਂਦਾ ਹੈ। ਇੱਕ ਵਾਰ ਹੋਰ ਰਿਪੀਟ ਕਰ ਦਿੰਦਾ ਕਨਕੇਵ ਮਿਰਰ ਇਜ਼ ਆਲਸੋ ਨੋਨ ਐਜ਼ ਵਰਕਿੰਗ ਮਿਰਰ। ਸੋ ਵੇਖੋ ਜੀ ਇਹਦੇ ਵਿੱਚ ਜਿਹੜੀ ਸਾਡੀ ਇਮੇਜ ਹੈ ਇਮੇਜ ਦਾ ਜਾਂ ਆਪਾਂ ਕਹਿ ਸਕਦੇ ਹਾਂ ਜਿਹੜੀ ਸਾਡੀ ਆਬਜੈਕਟ ਹੈ ਆਬਜੈਕਟ ਦਾ ਉਹ ਵੀ ਆਬਜੈਕਟ ਦਾ ਸਾਈਜ਼ ਮੈਕਸਿਮਮ ਹੁੰਦਾ ਵਾ ਔਰ ਇਮੇਜ ਦਾ ਸਾਈਜ਼ ਮਿਨੀਮਮ ਹੋ ਜਾਂਦਾ ਵਾ। ਔਰ ਇਹ ਨੂੰ ਬੋਲ ਦਿੰਦੇ ਆ ਕਿ ਵਰਕਿੰਗ ਮਿਰਰ। वर्किंग की गल करो कन्वेक्शन मिरर इज आल्सो नोन एज वर्किंग मिरर। ਉਹਦੇ ਵਿੱਚ ਕੀ ਹੈ ਜਿਹੜਾ ਆਬਜੈਕਟ ਦਾ ਸਾਈਜ਼ ਸ਼ੁਰੂ ਵਿੱਚ ਮਿਨੀਮਮ ਹੁੰਦਾ ਵਾ ਪਰ ਜਦੋਂ ਦੀ ਇਮੇਜ ਬਣਦੀ ਆ ਇਮੇਜ ਦਾ ਸਾਈਜ਼ ਮੈਕਸਿਮਮ ਹੁੰਦਾ। ਸੋ ਇਹ ਜਿਹੜੀ ਖੇਤੇ ਦਾ ਹੈ ਉਸ ਤੋਂ ਬਾਅਦ ਦੇਖੋ ਜੀ ਨੈਕਸਟ ਆ ਗਿਆ ਪੈਰਾਮੀਟਰਸ ਆਫ ਮਿਰਰ। ਛੋਟੇ ਪੈਰਾਮੀਟਰ ਆਫ ਮਿਰਰ ਹੈ ਇਹਨੂੰ ਮੈਂ ਸ਼ੁਰੂ ਕਰਦਾ ਹਾਂ। ਇਸ ਤੋਂ ਪਹਿਲਾਂ ਦੇਖੋ ਜੀ ਮੈਂ ਇੱਥੇ ਲਿਖਿਆ ਵਾ ਰਿਫਲੈਕਸ਼ਨ ਆਫ ਲਾਈਟ। ਜਿਹੜੀ ਰਿਫਲੈਕਸ਼ਨ ਆਫ ਲਾਈਟ ਹੈ ਉਹ ਕਾਹਦੇ ਵਿੱਚ ਹੁੰਦੀ ਹੈ ਉਹ ਹੁੰਦੀ ਹੈ ਜੀ ਸਫੈਰੀਕਲ ਮਿਰਰ ਦਾ। ਉਹ ਸਫੈਰੀਕਲ ਮਿਰਰ ਕਿਹੜੇ ਹੁੰਦੇ ਆ ਇੱਕ ਸਾਡੇ ਕੋਲ ਕਨਕੇਵ ਮਿਰਰ ਹੁੰਦਾ ਵਾ ਇੱਕ ਕਨਵੈਕਸ ਮਿਰਰ ਹੁੰਦਾ ਵਾ। ਇਹਨੇ ਕਿਹੜਾ ਡਾਇਗਰਾਮ ਵਿੱਚ ਬਣਾਇਆ ਇਹ ਤਾਂ ਕਨਕੇਵ ਆ ਗਿਆ ਇਹ ਕਨਵੈਕਸ ਆ ਗਿਆ। ਕਨਕੇਵ ਨੂੰ ਕੀ ਬੋਲਿਆ ਕਨਕੇਵ ਮਿਰਰ ਇਜ਼ ਆਲਸੋ ਨੋਨ ਐਜ਼ ਕਨਵਰਜਿੰਗ ਮਿਰਰ। ਇਹਦੇ ਵਿੱਚ ਕੀ ਹੁੰਦਾ ਜੀ ਸ਼ੁਰੂ ਦੇ ਵਿੱਚ ਇਮੇਜ ਸਾਈਜ਼ ਜਿਹੜਾ ਆਬਜੈਕਟ ਸਾਈਜ਼ ਮੈਕਸਿਮਮ ਹੁੰਦਾ ਵਾ ਪਰ ਜਦੋਂ ਉਹ ਆਬਜੈਕਟ ਦੀ ਇਮੇਜ ਬਣਦੀ ਹੈ ਉਹ ਮਿਨੀਮਮ ਬਣਦੀ ਹੈ। ਉਸ ਤੋਂ ਬਾਅਦ ਕਨਵੈਕਸ ਮਿਰਰ ਇਜ਼ ਆਲਸੋ ਨੋਨ ਐਜ਼ ਕਨਵਰਜਿੰਗ ਮਿਰਰ। ਇਹਦੇ ਵਿੱਚ ਕੀ ਹੈ ਜੀ ਜਿਹੜਾ ਸਾਡਾ ਆਬਜੈਕਟ ਹੈ ऑब्जेक्ट का साइज मिनिमम होता है और जब ये वाला ऑब्जेक्ट की इमेज बनती है इमेज का साइज मैक्सिमम हो जाता है। मींस ये फोटो का साइज मैं डाल देता था ये फोटो का साइज मिनिमम कर देता कोई भी नहीं आपकी फोटो लेते हैं ना शीशे के ਵਿੱਚ मानो कि कैमरे में जैसे आपकी फोटो देखेंगे साडा दा मुंह पतला दिखूगा पर जब हम स्नैप करने के ਵਿੱਚ आपकी फोटो देखेंगे और ਉਹਦੇ ਵਿੱਚ ਸਾਡਾ ਜਿਹੜਾ ਮੂੰਹ ਆ ਮੋਟਾ ਦਿਖੂਗਾ। ਤੁਸੀਂ आपके घर ਜਿਹੜਾ ਚਮਚਾ ਨਾ ਕਾਫੀ ਸ਼ਾਈਨ ਕਰਦਾ ਉਸ ਸਪੂਨ ਲੈ ਜਾਣਾ ਉਹਦੀ ਅੰਦਰਲੀ ਸਾਈਡ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਅੰਦਰਲੀ ਸਾਈਡ ਦਾ ਲੱਗੀ ਜਿਹੜਾ ਮੂੰਹ ਥੋੜਾ ਪਤਲਾ ਦਿਖੂਗਾ ਪਰ ਜਦੋਂ ਸ਼ੀਸ਼ੇ ਦੀ ਉਹ ਵਾਲੇ ਸਪੂਨ ਦੀ ਆਊਟਰ ਸਾਈਡ ਦੇ ਵਿੱਚ ਦੇਖੋਗੇ ਜਾਂ ਬਾਹਰ ਵਾਲੀ ਸਾਈਡ ਤੇ ਦੇਖੋਗੇ ਉਹਦੇ ਵਿੱਚ ਤੁਹਾਡਾ ਕੀ ਹੈ ਜੀ ਸਾਡੇ ਜਿਹੜਾ ਫੇਸ ਦਾ ਸਾਈਜ਼ ਥੋੜਾ ਮੋਟਾ ਦਿਖੂਗਾ। ਸੋ ਉਸ ਤੋਂ ਬਾਅਦ ਦੇਖੋ ਜੀ ਮੈਂ ਮਟਾਉਣਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਹੋਰ ਇਹਦੇ ਪੈਰਾਮੀਟਰਸ ਬਣਨੇ ਆ ਥੋੜੇ ਪੈਰਾਮੀਟਰਸ ਆ ਉਹਨਾਂ ਵਾਸਤੇ ਇਹਨੂੰ ਛੋਟੀ ਜਿਹੀ ਡਾਇਗਰਾਮ ਬਣਾਉਣੀ ਪੈਂਦੀ ਹੈ ਨਾਲ। ਸੋ ਉਹ ਡਾਇਗਰਾਮ ਮੈਂ ਇਹਦੇ ਨਾਲ ਕਨੈਕਟ ਕਰ ਲੈਂਦਾ ਹਾਂ। ਉਸ ਤੋਂ ਬਾਅਦ ਦੇਖੋ ਜੀ ਇਹਨੂੰ ਆਪਾਂ ਅੱਗੇ ਸਟੱਡੀ ਕਰ ਲਾਂਗੇ। ਸੋ ਵੇਖੋ ਜੀ ਇਹਦੇ ਵਾਸਤੇ ਕੀ ਆ ਗਿਆ ਸਾਡੇ ਕੋਲ ਸੋ ਇਹਦੇ ਵਾਸਤੇ ਸਾਨੂੰ ਡਾਇਗਰਾਮ ਛੋਟੀ ਜਿਹੀ ਕ੍ਰੀਏਟ ਕਰਨੀ ਪੈਣੀ ਉਹ ਡਾਇਗਰਾਮ ਇੱਥੇ ਕ੍ਰੀਏਟ ਕਰ ਲੈਣਾ। ਮੰਨ ਲਓ ਜੀ ਇੱਥੇ ਮੈਂ ਕੋਈ ਸਫੈਰੀਕਲ ਮਿਰਰ ਲੈ ਲਿਆ ਮੰਨ ਲਓ ਇਹ ਤੁਹਾਡਾ ਮੈਂ ਕਨਕੇਵ ਮਿਰਰ ਲੈ ਲਿਆ ਇਹ ਇੱਕ ਸਾਈਡ ਦੀ ਪੋਲਿਸ਼ ਕਰਦੀ ਹੈ। ਸੋ ਸਭ ਤੋਂ ਪਹਿਲਾਂ ਦੇਖੋ ਜੀ ਇਹ ਮੇਰਾ ਸਫੈਰੀਕਲ ਮਿਰਰ ਆ ਗਿਆ। ਸਭ ਤੋਂ ਪਹਿਲਾਂ ਇਹ ਕੀ ਬਣਾਉਂਗਾ ਜੀ ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਐਕਸਰਸਾਈਜ਼ ਕਰਾਂਗਾ ਜਿਹੜਾ फोर्थ पॉइंट है मैं सब पहला स्टडी कर लगा जी थोड़ा पैरामीटर ऑफ मिरर है जो मैं पहला प्रिंसिपल एक्सरसाइज की गल की है जेड़ा ये प्रिंसिपल एक्सरसाइज ਹੁੰਦਾ है जी देखो जी द लाइन ज्वाइनिंग द पोल एंड सेंटर ऑफ मिरर एक बार सॉरी अपन शुरू करते हैं पैरामीटर ऑफ मिरर की गल करते हैं। ਇਹਦੇ ਵਾਸਤੇ मैं कनकेव मिरर ਦੀ डायग्राम बना कर ली है। सो ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਕੀ ਹੈ सेंटर ऑफ कर्वेचर है। सो ਜਿਹੜਾ सेंटर ऑफ कर्वेचर है ਇਹਦੀ ਮੈਂ ਪਹਿਲਾਂ डेफिनेशन स्टडी करता हूं। ਇਹ ਕੀ है जी द सेंटर ऑफ होलो स्फीयर of which mirror is a part। सो देखो जी ਜਿਹੜਾ ਸਾਡਾ ਇਹ ਵਾਲਾ ਪੁਆਇੰਟ ਹੈ ਕਿੱਥੇ ਬਣੂਗਾ ਜੀ ਦੇਖੋ ਜੀ ਇਹ ਸਾਡਾ ਕਨਕੇਵ ਮਿਰਰ ਹੈ ਜਾਂ ਹੋਲੋ ਸਫੀਅਰ ਹੈ। ਇਹਦੇ ਵਿੱਚ ਦੇਖੋ ਜਿਹੜਾ ਸੈਂਟਰ ਕਰ ਰਿਹਾ ਕੋਲੋਂ ਸੈਂਟਰ ਕਰ ਰਿਹਾ ਇੱਥੋਂ ਲੈ ਕੇ ਜੀ ਇਹ ਵਾਲਾ ਪੁਆਇੰਟ ਦੇ ਲੈ ਰਹੇ ਇਹਨੂੰ ਪੁਆਇੰਟ ਨੂੰ ਸੀ ਨਾਲ ਨੋਟ ਕਰੂੰਗਾ ਔਰ ਸੀ ਕੀ ਹੈ ਜੀ ਮੇਰਾ ਸੈਂਟਰ ਆਫ ਕਰਵੇਚਰ ਹੈ ਇਹਨੂੰ ਬੋਲੂੰਗਾ ਮੈਂ ਸੈਂਟਰ ਆਫ ਕਰਵੇਚਰ। ਸੋ ਇਹ ਵਾਲਾ ਮੇਰਾ ਪੁਆਇੰਟ ਇਹ ਆ ਗਿਆ ਸੈਂਟਰ ਆਫ ਕਰਵੇਚਰ। ਸੋ ਮੈਂ ਲਿਖ ਵੀ ਦੇਣਾ ਵਾ ਸੈਂਟਰ ਆਫ कर्वेचर। उस तो बाद देखो जी ये कैसे आएगा जी बिल्कुल ਜਿਹੜਾ ਮੇਰਾ ਹੋਲੋਸਫੀਅਰ ਹੈ ਉਹਦੇ ਸੈਂਟਰ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਆਵਾ ਰੇਡੀਅਸ ਆਫ ਕਰਵੇਚਰ। ਸੋ ਰੇਡੀਅਸ ਆਫ ਕਰਵੇਚਰ ਕਿਹੜਾ ਹੋਊਗਾ ਜੀ ਦਾ ਰੇਡੀਅਸ ਆਫ ਹੋਲੋਸਫੀਅਰ ਆਫ ਵਿਚ ਮਿਰਰ ਇਜ਼ a part। ਸੋ ਦੇਖੋ ਜੀ ਜਿਹੜਾ ਰੇਡੀਅਸ ਆਫ ਕਰਵੇਚਰ ਹੈ ਇਹ ਕੀ ਬਣੇ ਕਿੱਥੋਂ ਹੋਊਗਾ ਜੀ ਇਹ ਜਿਹੜਾ ਇਹ ਵਾਲਾ ਤੁਹਾਡਾ ਪੁਆਇੰਟ ਹੈ ਨਾ ਬਿਲਕੁਲ ਸੈਂਟਰ ਦੇ ਵਿੱਚ
इस पॉइंट को थोड़ा एक्सटेंड कर लो इतना करके, ये पॉइंट को थोड़ा एक्सटेंड कर लो। सो इन्हां दोनों को इतना करके हम कंप्लीट करवा देंगे। सो ये साडा आ गया जी कैपिटल आर, और जेड़ा कैपिटल आर है हम बोल देते हैं रेडियस ऑफ कर्वेचर, या भी हम इतना देख सकते हैं इट इज द डिस्टेंस बिटवीन पोल पॉइंट एंड सेंटर ऑफ कर्वेचर पॉइंट। इनको इतना देख सकते हैं इट इज द डिस्टेंस बिटवीन, ये साडा पोल पॉइंट है पी नॉट ऑन द जो के लिखा हुआ है, मैं तो ये दस्या नहीं इसके बारे। चलो जी इनको इतना देख सकते हैं इट इज द डिस्टेंस बिटवीन पोल पॉइंट एंड सेंटर ऑफ कर्वेचर पॉइंट इज नोन एज रेडियस ऑफ कर्वेचर। उस तो बाद देखो जी ये वाला वाला डिस्टेंस क्या आ गया जी, रेडियस ऑफ कर्वेचर आ गया। मीन जेड़ा होलोस्फीयर तो लेके ਤੁਹਾਡੇ सेंटर ऑफ कर्वेचर तक डिस्टेंस है ਉਹਨੂੰ ਕੀ ਬੋਲ ਦਿੰਦੇ ਆ, रेडियस ऑफ कर्वेचर बोल ਦਿੰਦੇ ਆ। ਉਸ ਤੋਂ ਬਾਅਦ पोल पॉइंट है जी द सेंटर ऑफ मिरर इज पोल। देखो जी ये ਸਾਡਾ होलोस्फीयर है ਜਾਂ ਸਾਡਾ कनकेव मिरर है, और कनकेव मिरर ਦਾ ਵਿੱਚ सेंटर ਕੱਢ ਲਓ ਬਿਲਕੁਲ, ਜਿਹਦੇ ਵਿੱਚ ਕੀ ਹੈ ਜੀ ਉਹ ਪੁਆਇੰਟ ਕੱਢਣਾ ਵਾ ਜਿੱਥੋਂ ਉੱਪਰ ਨੂੰ ਡਿਸਟੈਂਸ ਬਰਾਬਰ ਹੋਵੇ, ਨੀਚੇ ਨੂੰ ਡਿਸਟੈਂਸ ਬਰਾਬਰ ਹੋਵੇ, ਨਹੀਂ ਇਧਰ ਨੂੰ ਡਿਸਟੈਂਸ ਜਿਹੜਾ ਇਕੁਅਲ ਹੋਵੇ, ਇਧਰ ਨੂੰ ਡਿਸਟੈਂਸ ਇਕੁਅਲ ਹੋਵੇ। ਇਹ ਸਾਡਾ ਇਹਦੇ ਵਿੱਚ ਮੈਂ ਪੁਆਇੰਟ ਜਿਹੜਾ ਕੱਢਿਆ ਵਾ, ਇਹ ਸਾਡਾ ਕੀ ਹੈ ਜੀ ਦਾ ਜਿਹੜਾ ਸਾਡਾ ਕਨਕੇਵ ਮਿਰਰ ਹੈ ਇਹਦਾ ਸੈਂਟਰ ਪੁਆਇੰਟ ਹੈ, ਔਰ ਇਹਨੂੰ ਅਸੀਂ ਕਿਹਦੇ ਨਾਲ ਨੋਟ ਕਰਾਂਗੇ ਜੀ ਪੀ ਨਾਲ ਨੋਟ ਕਰਾਂਗੇ। ਪੀ ਮੀਨ पोल, ਇਹਨੂੰ ਬੋਲਾਂਗੇ ਜੀ पोल पॉइंट। सो देखो जी सारा पोल पॉइंट आएगा मीन इट इज द सेंटर ऑफ होलोस्फीयर या इट इज द सेंटर ऑफ स्फेरिकल मिरर, ਜਿਹੜਾ ਸਾਡਾ स्फेरिकल मिरर ਉਹਦਾ ਬਿਲਕੁਲ ਸੈਂਟਰ ਹੈ, ਇਹਨੂੰ ਬੋਲਾਂਗੇ पोल। ਉਸ ਤੋਂ ਬਾਅਦ ਦੇਖੋ ਜੀ नेक्स्ट है प्रिंसिपल एक्सिस, द लाइन ज्वाइनिंग द पोल एंड सेंटर ऑफ कर्वेचर इज कॉल्ड प्रिंसिपल एक्सिस। देखो जी जेडी लाइन सेंटर ऑफ कर्वेचर और पोल पॉइंट को आपस में मीट करती है, आपस में जोड़ती है, ਉਹਨੂੰ ਕੀ ਬੋਲਦੇ ਨੇ ਅਸੀਂ, ਉਹਨੂੰ ਬੋਲਦੇ ਨੇ ਜੀ ਅਸੀਂ प्रिंसिपल एक्सिस लाइन। सो देखो जी प्रिंसिपल एक्सिस लाइन ਕੀ ਹੈ, ਸਾਡਾ सेंटर ऑफ कर्वेचर पॉइंट ਇਹ ਹੈ, ਸਾਡਾ पोल पॉइंट ਇਹ ਹੈ, ਅਸੀਂ ਦੋਨੋਂ ਨੂੰ ਮੀਟ ਕਰਾਉਣਾ। ਅਸੀਂ ਡੈਫੀਨੇਸ਼ਨ ਚ ਪੜਿਆ ਨਾ the line dividing the pole and center of curvature point of spherical mirror is known as the principal axis line। ਜਿਹੜੀ ਸਾਡੀ ਲਾਈਨ ਸੈਂਟਰ ਆਫ ਕਰਵੇਚਰ ਪੁਆਇੰਟ ਨੂੰ ਔਰ ਪੋਲ ਪੁਆਇੰਟ ਨੂੰ ਆਪਸ ਵਿੱਚ ਜੋੜਦੀ ਆ, ਉਹਨੂੰ ਕੀ ਬੋਲਦੇ ਨੇ, ਪ੍ਰਿੰਸੀਪਲ ਐਕਸਿਸ ਲਾਈਨ ਬੋਲਦੇ ਨੇ। ਸੋ ਦੇਖੋ ਜੀ ਮੈਂ ਸੈਂਟਰ ਆਫ ਕਰਵੇਚਰ ਨੂੰ ਔਰ ਇਹ ਵਾਲਾ ਪੋਲ ਪੁਆਇੰਟ ਦੋਨੋਂ ਨੂੰ ਮੀਟ ਕਰਵਾ ਦਿੰਦਾ, ਮੈਂ ਇਹ ਲਾਈਨ ਨਾਲ ਇਹਨੂੰ ਜੁਆਇਨ ਕਰਾਤਾ। ਸੋ ਦੇਖੋ ਜੀ ਜਦੋਂ ਇਹਦੇ ਨਾਲ ਮੈਂ ਜੁਆਇਨ ਕਰਾਤਾ, ਇਹ ਮੇਰੀ ਲਾਈਨ ਕਿਹੜੀ ਆ ਗਈ, ਇਹ ਮੇਰੀ ਆ ਗਈ ਪ੍ਰਿੰਸੀਪਲ ਐਕਸਿਸ ਲਾਈਨ। ਸੋ ਇਹਨੂੰ ਬੋਲੂਗਾ ਮੈਂ ये वाली भी लाइन ड्रा की है जी सेंटर ऑफ कर्वेचर और पोल पॉइंट को आपस में मीट कराती है, इनको भी बोला जाएगी प्रिंसिपल एक्सिस लाइन। तो ये मेरी बन गई प्रिंसिपल एक्सिस लाइन। सो ये सारी चीजें तो कहते रखने वाली है, थोड़ी आसानी करके मार लो जी क्योंकि लाइन इकट्ठी है सारी, अगर स्क्वायर ना ड्रा करो बिल्कुल सही होगी। सो नेक्स्ट वन देखो जी प्रिंसिपल एक्सिस के बाद हम गल करेंगे अपर्चर। अपर्चर देखो जी ये साइड ऑफ द मिरर इज कॉल्ड अपर्चर। देखो जी जिवें आ मिरर लगा है, इत्थे जाके भी चेक कर लो, जेड़ा ये मिरर है ਇਹਦਾ साइड कितना जी, ਇਹਦਾ साइड चेक कर लो। मान लो ये ਇਹਦੀ ब्रेडथ आ गई, ਇਹਦੀ ब्रेडथ आ गई, और जाए ਨੂੰ ਤੁਸੀਂ हाइट मान लो, थिकनेस मान लो, ये थिकनेस है, ये लेंथ है, और ਇਹਨੂੰ ਤੁਸੀਂ ब्रेडथ मान लो, ये वाली ये ਤੁਹਾਡੀ ब्रेडथ आ गई। सो देखो जी ये तो डाली है, ये तो मिरर का साइज आ गया, ये मिरर की लेंथ आ गई, ये मिरर की ब्रेडथ आ गई, ये थिकनेस आ गई। सो जेड़ा भी ये साइज है, जेड़ा भी ये मिरर का साइज है, उन्हें बोल देते हैं अपर्चर ऑफ, अपर्चर या अपर्चर की आल्सो कॉल्ड अपर्चर। आप कह सकते हैं इट इज द साइज ऑफ ए मिरर इज कॉल्ड अपर्चर। देखो ये मिरर की लेंथ ने ली, ब्रेडथ ने ली, थिकनेस ने ली, और लेंथ ब्रेडथ और थिकनेस को मिला के ही बन जाता सारे को अपर्चर ऑफ मिरर बन जाता। सो सारे को ये वाला मिरर है, अगर ये थिकनेस है वाली, मान लो ये थिकनेस है, ये दी लेंथ है, जेडी मेरी ब्रेडथ है, उन्हें भी बोलांगे अपर्चर बोलना। मीन सिंपल इन कहते हैं नंबर साइड ऑफ ए मिरर इज कॉल्ड अपर्चर ऑफ मिरर। साइड ऑफ मिरर इज कॉल्ड अपर्चर ऑफ मिरर। मीन ये वाला मिरर है, ਇਹਦਾ जितना भी शेप है साइड है, उन्हें भी बोलांगे अपर्चर ऑफ मिरर। उस तो बाद आएगी प्रिंसिपल फोकस। जो ना प्रिंसिपल फोकस है जी, वो केड़ा पॉइंट होगा, द पॉइंट ऑन द प्रिंसिपल एक्सिस लाइन वेयर ऑल द इंसिडेंट रेज पैरेलल टू द प्रिंसिपल एक्सिस converge or diverge after the reflection
साडा केड़ा जी इहनूं बोलांगे प्रिंसीपल फोकस इहनूं बोलांगे प्रिंसीपल फोकस इहनूं प्रिंसीपल फोकस भी कह देंगे हैं कल्ला फोकस भी कह देंगे हैं और बाकी कल्ला फोकस भी नोट कर लो इहनूं कई बार कल्ला फोकस भी बोल देंगे हैं सो जिहड़ा साडा इह वाला पॉइंट है उन्होंने अभी प्रिंसीपल फोकस भी बोल देते हैं और ओनली फोकस भी बोल देते हैं सो देखो जी इन्होंने ओनली फोकस भी बोल सकते हैं ये साडा प्रिंसीपल फोकस भी हो सकता है और ओनली फोकस भी हो सकता है सो देखो जी जिहड़ा ये वाला पॉइंट लिया वा इत्थे की हुंदा जी कोई भी जब मान लो इत्थे ऑब्जेक्ट है इत्थे मेरे को कोई ऑब्जेक्ट है सो जिहड़ा ये ऑब्जेक्ट है इत्थों कोई लाइन है जिहड़ी ट्रैवल कर रही है मान लो जिहड़ी लाइन है जिहड़ी सारी प्रिंसीपल एक्सिस लाइन है जिहड़ी साडे सेंटर ऑफ कर्वेचर पॉइंट को पोल पॉइंट को मीट करनी पई है जिहड़ी ये प्रिंसीपल एक्सिस लाइन है ये जिहड़ी तो लाइन दी पई है बिल्कुल पैरेलल चलदी पई है जिहड़ी दो एंगल साडी प्रिंसीपल एक्सिस लाइन दा ਉਹ एंगल साडे ऑब्जेक्ट लाइन दा मीन जे साडी इंसिडेंट लाइन दा एंगल भी सेम है सो इस ਜਿਹੜੀ ਕੋਈ ਲਾਈਨ इंसिडेंट ਕਰਦੀ ਪਈ ਹੈ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਦੇ ਨਾਲ ਬਿਲਕੁਲ ਪੈਰਲਲ ਹੈ ਜੋ ਐਂਗਲ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਦਾ ਉਹ ਸਾਡੀ इंसिडेंट लाइन ਦਾ एंगल है ਸੋ ਦੇਖੋ ਜੀ ਜਿਹੜੀ ਸਾਡਾ ਕੋਈ ऑब्जेक्ट है ਇਥੋਂ ਕੋ ਲਾਈਨ ਰੇ ट्रैवल ਕਰਦੀ ਪਈ ਹੈ ਇਹਦੇ ਨਾਲ ਵੀ ਸਾਡੇ स्फेरिकल मिरर वर्ड ਸਾਡੇ के मिरर वर्ड और ये लाइन को बोलेंगे इंसिडेंट लाइन बोलेंगे और ਜਿਹੜੀ ਇਹ इंसिडेंट लाइन है दे आर पैरेलल विद प्रिंसिपल एक्सिस लाइन मीन ये वाली इंसिडेंट लाइन है ये प्रिंसिपल एक्सिस लाइन के बिल्कुल पैरेलल है सेम एंगल बराबर उस तो बाद क्या करेंगे उस तो बाद इथों को लाइन ਜਿਹੜੀ है रिफ्लेक्ट हो के मान लो फोकस पॉइंट ਨਾਲ टच की और ये लाइन लग गई ये लाइन की डिवर्ज कर गई उस तो बाद देखो जी सेम इधर भी साडा ऑब्जेक्ट है इथों को लाइन ट्रैवल कर रही है मान लो ये लाइन है कितना इंसिडेंट है ये साडे स्फेरिकल मिरर के ਨਾਲ इंसिडेंट है और ਜਿਹੜੀ ਸਾਡੀ प्रिंसिपल एक्सिस लाइन है ਉਹਦੇ ਨਾਲ ਬਿਲਕੁਲ पैरेलल है सेम एंगल है दोनों सो ये वाला ऑब्जेक्ट भी है ये इथों ਜਿਹੜੀ लाइन है और रिफ्लेक्ट होगी और फोकस पॉइंट के ਨਾਲ टच करूंगी और की कर दूंगी डिवर्ज कर सो ये साडा प्रिंसिपल फोकस पॉइंट है जिसमें मैं लिख रहा हूं द पॉइंट ऑन द प्रिंसिपल एक्सिस लाइन where all the incident rays parallel to the principal axis converge or diverge after reflection through mirror सो वो जी की है जी पहला तो मैं फोकस पॉइंट बनाया कहने लगे प्रिंसिपल एक्सिस लाइन उस तो बाद दो ऑब्जेक्ट बनाया दोनों ऑब्जेक्ट को कोई लाइट रेडी ट्रैवल करती है सो ਜਿਹੜੀ ਉਹ ਲਾਈਟ ट्रैवल करती पई है ਸਾਡੇ ਕਿਹਦੇ ਨਾਲ इंसिडेंट ਹੁੰਦੀ ਪਈ ਹੈ ਜੀ ਸਾਡੇ ਮਿਰਰ ਦੇ ਨਾਲ इंसिडेंट ਹੁੰਦੀ ਪਈ ਹੈ ਜਦੋਂ इंसिडेंट ਹੁੰਦੀ ਹੈ फोकस पॉइंट ਨਾਲ टच करती पई है और कन्वर्ज और बदल ਹੁੰਦੀ ਪਈ ਇਹ ਕੋਈ एंगल क्रिएट करती पई है ਉਹ ਤੋਂ ਬਾਅਦ ਸੇਮ ਵਾਲੀ ਜਗ੍ਹਾ ਦੇਖ ਲਿਆ ਹੈ ਜਿਹੜੀ ਲਾਈਟ ਹੈ ਸਾਡੇ स्फेरिकल मिरर के ਨਾਲ इंसिडेंट है और देखो जो बिल्कुल प्रिंसिपल एक्सिस ਜਿਹੜੀ प्रिंसिपल एक्सिस लाइन ਉਹਦੇ ਨਾਲ ਬਿਲਕੁਲ ਪੈਰਲਲ है और जो लाइट को रिफ्लेक्ट ਹੁੰਦੀ है वापस ਜਾਂਦੀ है ਇਹ ਵੀ ਲਾਈਟ ਨੂੰ ਵਾਪਸ ਜਾਂਦੀ है फोकस पॉइंट ਨੂੰ टच करती है और ਕੀ करती पई है ज्यादा कन्वर्ज ਹੁੰਦੀ पई है ਜਾਂ डिवर्ज ਹੁੰਦੀ पई है इन दोनों साइड सेम कंडीशन है चाहे इधर की गल कर लो चाहे इधर की गल कर लो सो एरो ਜਿਹੜੇ ਆ ਉਹ रिफ्लेक्शन ऑफ लाइट ਦਾ रिफ्लेक्शन को ਜਿਹੜੇ दोनों साइड एरो बनाए ना ये वाले ये की करते हैं जी रिफ्लेक्शन ऑफ लाइट शो करते हैं ਜਿਹੜੇ ਇਹ ਵਾਲੇ ਐਰੋ ਆ ਤੇ ਜਿਹੜਾ ਇੱਥੇ ਐਰੋ ਬਣਨਾ ਵਾ ਇਹ ਵੀ ਕਰਦੇ ਪਏ ਜੀ इंसिडेंट ऑफ लाइट ਜਿਹੜੀ ਆ ਉਹਨੂੰ ਸ਼ੋ ਕਰਦੇ ਪਏ ਪਰ ਜਿਹੜੇ ਦੋ ਐਰੋ ਆ ਇਹ ਕੀ ਕਰਦੇ ਪਏ ਜੀ रिफ्लेक्शन ऑफ लाइट शो ਕਰਦੇ ਪਏ ਜਿਹੜੇ ਦੋਨੋਂ ਆਬਜੈਕਟ ਆ ਇਹ ਵਾਲੇ ਜਿਹੜੇ ਦੋਨੋਂ ਐਰੋ ਬਣਦੇ ਆ ਇਹ ਕੀ ਕਰਦੇ ਪਏ ਜੀ इंसिडेंट ऑफ लाइट ਜਿਹੜੀ ਆ ਉਹ ਸ਼ੋ ਕਰਦੇ ਪਏ ਇਹ ਵਾਲੇ ਦੋਨੋਂ ਐਰੋ ਕੀ ਆ ਜੀ रिफ्लेक्शन ऑफ लाइट ਜਿਹੜੀ ਉਹਨੂੰ ਸ਼ੋ ਕਰਦੇ ਪਏ ਸੋ ਇਹ ਤਾਂ ਆ ਗਿਆ ਜੀ प्रिंसिपल फोकस ਜਿਹਨੂੰ ਅਸੀਂ ਆਪ ਬੋਲਦੇ ਨੇ ਜਾਂ ਫਿਰ ਕੱਲਾ ਫੋਕਸ ਵੀ ਬੋਲਦੇ ਨੇ ਲਾਸਟ ਵਾਲਾ ਜੀ ਫੋਕਲ ਲੈਂਥ ਇਹ ਹੈ ਦਾ ਡਿਸਟੈਂਸ ਬਿਟਵੀਨ ਪੋਲ ਐਂਡ ਫੋਕਸ ਪੁਆਇੰਟ ਇਸ ਕਾਰਨ ਫੋਕਲ ਲੈਂਥ ਸੋ ਦੇਖੋ ਜੀ ਇਹਦੇ ਵਾਸਤੇ ਕੀ ਕਰੋ ਜਿਹੜਾ ਫੋਕਸ ਪੁਆਇੰਟ ਜਿਹੜਾ ਵਾ ਇਹ ਸਾਡਾ ਫੋਕਸ ਪੁਆਇੰਟ ਹੈ ਜਾਂ ਪ੍ਰਿੰਸੀਪਲ ਫੋਕਸ ਹੈ ਇੱਥੋਂ ਇੱਕ ਲਾਈਨ ਸਟੈਂਡ ਕਰੋ ਉਸ ਤੋਂ ਬਾਅਦ ਜਿਹੜਾ ਪੋਲ ਪੁਆਇੰਟ ਇੱਥੋਂ ਇੱਕ ਲਾਈਨ ਸਟੈਂਡ ਕਰੋ ਉਸ ਤੋਂ ਬਾਅਦ ਕੀ ਕਰਨਾ ਹੈ ਦੋਨੋਂ ਲਾਈਨ ਨੂੰ ਆਪਸ ਵਿੱਚ ਮਿਲਾ ਦਿਓ ਔਰ ਇਦਾਂ ਕਰਕੇ ਐਰੋ ਲਗਾ ਦਿਓ ਇਹ ਤੁਹਾਡੀ ਆ ਗਈ ਜੀ ਫੋਕਲ ਲੈਂਥ ਇਹਨੂੰ ਬੋਲਾਂਗੇ ਫੋਕਲ ਲੈਂਥ भले ये आ गई ना फोकल लेंथ और इट इज द डिस्टेंस बिटवीन फोकस पॉइंट और प्रिंसिपल फोकस पॉइंट एंड पोल पॉइंट क्योंकि इनको हम प्रिंसिपल फोकस भी कह देते हैं और फोकस पॉइंट भी कह देते हैं या प्रिंसिपल फोकस पॉइंट भी कह देते हैं और ये सारा पोल पॉइंट है और इनको क्या है इट इज द डिस्टेंस बिटवीन पोल पॉइंट एंड प्रिंसिपल फोकस पॉइंट या कलर फोकस पॉइंट इज नोन एज फोकल लेंथ ये सारे फोकस पॉइंट या सारे प्रिंसिपल फोकस और पोल ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹਨੂੰ ਕੀ ਬੋਲਦੇ ਨੇ ਫੋਕਲ ਲੈਂਥ ਬੋਲਦੇ ਨੇ ਸੋ ਇਹਦੇ ਨਾਲ ਟੌਪਿਕ
ਤੁਹਾਡੇ ਖਤਮ ਹੁੰਦੇ ਆ। ਥੈਂਕ ਯੂ। ਨੈਕਸਟ ਜਿਹੜੀ ਆ ਉਹ ਮੈਂ ਦੂਸਰੀ ਵੀਡੀਓ ਦੇ ਵਿੱਚ ਸ਼ੁਰੂ ਕਰਦਾ ਹਾਂ।